ਹੈਲੋ एवरीवन ਵੈਲਕਮ ਔਰ ਵੈਲਕਮ ਬੈਕ ਟੂ ਮਾਈ ਚੈਨਲ ਪੋਲੀਟੀਕਲ ਸਾਇੰਸ ਦੇ ਵੀਡੀਓ ਦੇ ਵਿੱਚ ਅੱਜ ਆਪਾਂ ਕਰਾਂਗੇ ਇਕੁਐਲਿਟੀ ਯਾਨੀ ਕਿ ਸਮਾਨਤਾ। ਸਮਾਨਤਾ ਕਿੱਦਾਂ ਸੁਤੰਤਰਤਾ ਯਾਨੀ ਕਿ ਲਿਬਰਟੀ ਦੇ ਨਾਲ ਜੁੜੀ ਹੋਈ ਹੈ, ਇਹ ਵੀ ਅੱਜ ਆਪਾਂ ਪੜਾਂਗੇ। ਸੋ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਨਾਲ ਹੀ ਜਿਹੜਾ ਹੈ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ। ਸੋ ਗੱਲ ਕਰਦੇ ਹਾਂ ਕਿ ਸਮਾਨਤਾ ਹੁੰਦਾ ਕੀ ਹੈ। ਲੋਕਤੰਤਰੀ ਪ੍ਰਸ਼ਾਸਨ ਪ੍ਰਣਾਲੀ ਦੇ ਵਿੱਚ ਜਿਹੜਾ ਹੈ ਇੱਕ ਇੰਪੋਰਟੈਂਟ ਪਿਲਰ ਦੇ ਥੰਬ ਦੇ ਰੂਪ ਦੇ ਵਿੱਚ ਇਹ ਕੰਮ ਕਰਦਾ ਹੈ। ਇਹ ਇੱਕ ਐਸਾ ਆਈਡੀਅਲ ਯਾਨੀ ਕਿ ਆਦਰਸ਼ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਮਨੁੱਖ ਨੇ ਬਹੁਤ ਜ਼ਿਆਦਾ ਸੰਘਰਸ਼ ਕੀਤੇ ਨੇ। ਤੁਹਾਨੂੰ ਪਤਾ ਹੈ ਕਿ ਆਪਾਂ ਜਿਹੜੇ ਹੈਗੀਆਂ ਗੁਲਾਮ ਰਹੇ ਹਾਂ। ਇਸ ਤੋਂ ਇਲਾਵਾ ਗੱਲ ਕਰੀਏ ਤਾਂ ਬਹੁਤ ਸਾਰੇ ਦੇਸ਼ ਜਿਹੜੇ ਨੇ ਗੁਲਾਮ ਰਹੇ ਨੇ। ਤਾਂ ਇਸ ਨੂੰ ਸਮਾਨਤਾ ਨੂੰ ਪਾਉਣ ਲਈ ਬਹੁਤ ਸਾਰੇ ਲੋਕਾਂ ਨੇ ਜਿਹੜਾ ਹੈਗਾ ਅੰਦੋਲਨ ਕੀਤੇ ਨੇ, ਬਹੁਤ ਹੀ ਜ਼ਿਆਦਾ ਸਰਵਾਈਵ ਕੀਤਾ, ਆਪਣੀਆਂ ਜਾਨਾਂ ਵੀ ਖੋਈਆਂ ਨੇ। 1776 ਦੇ ਵਿੱਚ ਅਮਰੀਕਾ ਦੇ ਵਿੱਚ ਸੁਤੰਤਰਤਾ ਦੀ ਘੋਸ਼ਣਾ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਅਸੀਂ ਇਸ ਸੱਚਾਈ ਨੂੰ ਪੂਰਨ ਤੌਰ ਤੇ ਸਵੀਕਾਰ ਕਰਦੇ ਹਾਂ ਕਿ ਸਭ ਮਨੁੱਖ ਸਮਾਨ ਬਣਾਏ ਗਏ ਨੇ। ਠੀਕ ਹੈ ਕਿ ਸਾਰੇ ਮਨੁੱਖ ਸਮਾਨ ਬਣਾਏ ਗਏ ਨੇ, ਤਾਂ ਸਮਾਨਤਾ ਉਹਨਾਂ ਨੂੰ ਕਿਉਂ ਨਹੀਂ ਦਿੱਤੀ ਜਾ ਰਹੀ। 1789 ਦੇ ਵਿੱਚ ਫਰਾਂਸ ਦੀ ਕ੍ਰਾਂਤੀ ਆਈ ਸੀ। ਤਾਂ ਫਰਾਂਸ ਦੀ ਕ੍ਰਾਂਤੀ ਦੇ ਪਿੱਛੋਂ ਹੀ ਫਰਾਂਸ ਦੀ ਰਾਸ਼ਟਰੀ ਅਸੈਂਬਲੀ ਨੇ ਮਨੁੱਖੀ ਅਧਿਕਾਰਾਂ ਦੀ ਜੋ ਘੋਸ਼ਣਾ ਕੀਤੀ ਸੀ, ਤਾਂ ਹਿਊਮਨ ਰਾਈਟਸ ਦੀ ਘੋਸ਼ਣਾ ਕੀਤੀ ਸੀ। ਤਾਂ ਉਹਨਾਂ ਨੇ ਕਿਹਾ ਕਿ ਮਨੁੱਖ ਸੁਤੰਤਰ ਪੈਦਾ ਹੋਇਆ ਹੈ ਅਤੇ ਉਹਨਾਂ ਦੇ ਅਧਿਕਾਰਾਂ ਦੇ ਸੰਬੰਧ ਵਿੱਚ ਸਦਾ ਸੁਤੰਤਰ ਅਤੇ ਸਮਾਨ ਰਹਿੰਦੇ ਨੇ। ਭਾਰਤ ਦੇ ਸੰਵਿਧਾਨ ਦੇ ਵਿੱਚ ਪ੍ਰਸਤਾਵਨਾ ਤੁਹਾਨੂੰ ਪ੍ਰੀਐਮਬਲ ਯਾਨੀ ਕਿ ਪ੍ਰਸਤਾਵਨਾ ਦਿੱਤੀ ਗਈ ਹੈ। ਸੋ ਇਹ ਵੀ ਤੁਸੀਂ ਪੜ੍ਹ ਸਕਦੇ ਹੋ। ਤਾਂ ਪ੍ਰਸਤਾਵਨਾ ਦੇ ਵਿੱਚ ਨਿਸ਼ਚਾ ਪ੍ਰਗਟ ਕੀਤਾ ਗਿਆ ਹੈ ਕਿ ਸੁਤੰਤਰਤਾ ਯਾਨੀ ਕਿ ਲਿਬਰਟੀ, ਸਮਾਨਤਾ ਇਕੁਐਲਿਟੀ ਅਤੇ ਭਰਾਤਰੀ ਮਤਲਬ ਭਰਾਤਰੀ ਦਾ ਮਤਲਬ ਹੈ ਫਰੈਟਰਨਿਟੀ। ਤਾਂ ਇਹ ਸਾਡਾ ਮੁੱਖ ਆਦਰਸ਼ ਹੈ। ਤਾਂ ਇਹ ਜਿਹੜੇ ਨੇ ਲਿਬਰਟੀ ਦੀ, ਇਕੁਐਲਿਟੀ ਦੀ ਅਤੇ ਫਰੈਟਰਨਿਟੀ ਦੀ ਗੱਲ ਕੀਤੀ ਗਈ ਹੈ। ਸੋ ਬਹੁਤ ਸਾਰੇ ਦੇਸ਼ਾਂ ਨੇ ਜਿਹੜੀ ਹੈਗੀ ਹੈ ਇਕੁਐਲਿਟੀ ਨੂੰ ਅਪਣਾਇਆ। ਸਮਾਨਤਾ ਦਾ ਅਰਥ ਹੈ ਕਿ ਸਧਾਰਨ ਤੌਰ ਤੇ ਸਮਾਨਤਾ ਦਾ ਅਰਥ ਅਸੀਂ ਲੈਂਦੇ ਹਾਂ ਕਿ ਵਿਅਕਤੀ ਜਿਹੜਾ ਹੈ, ਹਰ ਕੋਈ ਵਿਅਕਤੀ ਹਰੇਕ ਖੇਤਰ ਵਿੱਚ ਸਮਾਨ ਹੈ, ਈਕੁਅਲ ਹੈ। ਮੈਂ ਹਾਂ ਤਾਂ ਮੇਰੇ ਬਰਾਬਰ ਹੀ ਤੁਸੀਂ ਹੋ, ਠੀਕ ਹੈ, ਮੇਰੇ ਹੀ ਸਮਾਨ ਤੁਸੀਂ ਹੋ। ਲਾਸਕੀ ਕਹਿ ਰਹੇ ਨੇ ਕਿ ਸਮਾਨਤਾ ਦਾ ਪਹਿਲਾ ਅਰਥ ਹੈ ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ, ਕਿ ਵਿਸ਼ੇਸ਼ ਅਧਿਕਾਰ ਕਿਸੇ ਨੂੰ ਨਹੀਂ ਮਿਲਣਗੇ, ਉਹਨਾਂ ਦੀ ਅਣਹੋਂਦ ਹੋਏਗੀ। ਦੂਜਾ ਅਰਥ ਹੈ ਕਿ ਸਾਰੇ ਲੋਕਾਂ ਨੂੰ ਵਿਕਾਸ ਕਰਨ ਲਈ ਯੋਗ ਅਵਸਰ ਪ੍ਰਾਪਤ ਹੋਣੇ ਚਾਹੀਦੇ ਨੇ। ਤਾਂ ਇਕੁਅਲ ਓਪਰਚੁਨਿਟੀਜ਼ ਫॉर ਆਲ। ਸੰਖੇਪ ਵਿੱਚ ਅਸੀਂ ਸਮਾਨਤਾ ਦੇ ਅਰਥ ਦੱਸਦੇ ਹਾਂ ਕਿ ਜਨਮ, ਧਰਮ, ਨਸਲ, ਰੰਗ ਆਦਿ ਦੇ ਆਧਾਰ ਤੇ ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ ਹੋਣੀ। ਮਤਲਬ ਸਪੈਸ਼ਲ ਆਪਾਂ ਕਹਿ ਸਕਦੇ ਸਪੈਸ਼ਲ ਅਧਿਕਾਰ ਕਿਸੇ ਨੂੰ ਨਹੀਂ ਮਿਲੇਗਾ, ਸਾਰਿਆਂ ਨੂੰ ਬਰਾਬਰ ਓਪਰਚੁਨਿਟੀਜ਼ ਮਿਲਣਗੀਆਂ। ਬਿਨਾਂ ਕਿਸੇ ਭੇਦਭਾਵ ਦੇ ਹਰ ਵਿਅਕਤੀ, ਸਾਰੇ ਵਿਅਕਤੀ ਜਿਹੜੇ ਨੇ ਸਮਾਨ ਅਧਿਕਾਰਾਂ ਦੀ ਪ੍ਰਾਪਤੀ ਉਹਨਾਂ ਨੂੰ ਹੋਊਗੀ। ਸਾਰੇ ਵਿਅਕਤੀਆਂ ਨੂੰ ਆਪਣਾ ਸਰਵ ਉੱਤਮ ਵਿਕਾਸ ਕਰਨ ਲਈ ਯੋਗ ਅਤੇ ਸਮਾਨ ਅਵਸਰ ਉਪਲਬਧ ਕਰਾਏ ਜਾਣਗੇ। ਸੋ ਇਹ ਹੁੰਦਾ ਹੈ ਸਮਾਨਤਾ, ਕਿ ਬਰਾਬਰ ਉਹਨਾਂ ਨੂੰ ਜਿਹੜੀ ਹੈਗੀ ਹੈ ਅਗਰ ਬਰਾਬਰ ਕੰਮ ਕਰ ਰਹੇ ਤਾਂ ਇਕੁਅਲ ਪੇ ਮਿਲੇਗੀ। ਪਹਿਲਾਂ ਕੀ ਹੁੰਦਾ ਸੀਗੀਆਂ ਕਿ ਲੇਡੀਜ਼ ਕੰਮ ਕਰਦੀਆਂ ਸੀ, ਵਿਮਨ ਕੰਮ ਕਰਦੀਆਂ ਸੀ, ਤਾਂ ਉਹਨਾਂ ਨੂੰ ਇਕੁਅਲ ਪੇ ਨਹੀਂ ਸੀ ਮਿਲਦੀ। ਇਕੁਅਲ ਕੰਮ ਕਰਾਇਆ ਜਾਂਦਾ ਸੀ, ਜ਼ਿਆਦਾ ਹੀ ਕੰਮ ਕਰਾਇਆ ਜਾਂਦਾ ਸੀ, ਉਹਨਾਂ ਨੂੰ ਉੱਥੇ ਕੰਮ ਕਰਵਾਇਆ ਜਾਂਦਾ ਸੀ ਜਿੱਥੇ ਜਿਹੜਾ ਹੈ ਜਾਨ ਦੀ ਜਿਹੜਾ ਹੈ ਨੁਕਸਾਨ ਹੁੰਦਾ ਸੀ, ਅੰਗ ਕੱਟਣ ਦੀ, ਅੰਗ ਖਰਾਬ ਹੋਣ ਦਾ। ਜਿਵੇਂ ਮਾਈਨ ਵਾਲੇ ਥਾਵਾਂ ਦੇ ਉੱਤੇ ਟਰਾਈਬਲ ਕਮਿਊਨਿਟੀ ਦੀਆਂ ਵਿਮਨ ਕੰਮ ਕਰਦੀਆਂ ਸੀ। ਸੋ ਇਹ ਸਾਰੀ ਚੀਜ਼ ਹੁਣ ਹਟਾ ਦਿੱਤੀ ਗਈ ਹੈ। ਇਕੁਅਲ ਪੇ ਫॉर ਇਕੁਅਲ ਵਰਕ ਜਿਹੜਾ ਹੈ ਇਹ ਨਾਰਾ ਚਲਾ ਦਿੱਤਾ ਗਿਆ। ਸੋ ਹੁਣ ਕੋਈ ਵੀ ਅਗਰ ਮੈਥ ਟੀਚਰ ਹੈ, ਫੋਰ ਐਗਜ਼ਾਮਪਲ ਮੈਂ ਸੋਸ਼ੀਓਲੋਜੀ ਟੀਚਰ ਹਾਂ, ਤਾਂ ਮੇਰੇ ਨਾਲ ਅਗਰ ਕੋਈ ਜੈਂਟਸ ਸੋਸ਼ੀਓਲੋਜੀ ਟੀਚਰ ਹੈ ਤਾਂ ਸਾਨੂੰ ਦੋਨਾਂ ਨੂੰ ਇਕੁਅਲ ਪੇ ਮਿਲੇਗੀ। ਨਾ ਹੀ ਰੰਗ ਦਾ, ਨਾ ਹੀ ਧਰਮ ਦਾ, ਨਾ ਹੀ ਨਸਲ, ਵਿਤਕਰਾ ਕੋਈ ਵੀ ਸਾਡੇ ਨਾਲ ਨਹੀਂ ਕੀਤਾ ਜਾਏਗਾ, ਨਾ ਹੀ ਜੈਂਡਰ ਦਾ। ਸਮਾਨਤਾ ਦੀ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਲਾਸਕੀ ਕਹਿ ਰਹੇ ਨੇ ਜੋ ਵੀ ਅਧਿਕਾਰ ਦੂਸਰੇ ਮਨੁੱਖ ਨੂੰ ਨਾਗਰਿਕ ਹੋਣ ਦੇ ਨਾਤੇ ਪ੍ਰਾਪਤ ਹੁੰਦੇ ਨੇ, ਉਹ ਅਧਿਕਾਰ ਮੈਨੂੰ ਵੀ ਉਸੇ ਸੀਮਾ ਤੱਕ ਪ੍ਰਾਪਤ ਹੋਣੇ ਚਾਹੀਦੇ ਨੇ। ਮਤਲਬ ਜੋ ਅਧਿਕਾਰ ਤੁਹਾਡੇ ਨੇ ਉਹੀ ਮੈਨੂੰ ਵੀ ਪ੍ਰਾਪਤ ਹੋਣੇ ਚਾਹੀਦੇ ਨੇ। ਦੈਟ ਇਜ਼ ਇਕੁਐਲਿਟੀ, ਇਹੀ ਸਮਾਨਤਾ ਹੈ। ਬਾਰਕਰ ਕਹਿ ਰਹੇ ਨੇ ਸਮਾਨਤਾ ਦੇ ਸਿਧਾਂਤ ਦਾ ਅਰਥ ਹੈ ਕਿ ਮੈਨੂੰ ਅਧਿਕਾਰਾਂ ਦੇ ਰੂਪ ਵਿੱਚ ਜੋ ਸਹੂਲਤਾਂ ਮੈਨੂੰ ਪ੍ਰਾਪਤ ਹੋ ਰਹੀਆਂ ਨੇ ਉਸੇ ਰੂਪ ਵਿੱਚ ਦੂਜਿਆਂ ਨੂੰ ਪ੍ਰਾਪਤ ਹੋਣਗੀਆਂ, ਅਤੇ ਜੋ ਅਧਿਕਾਰ ਦੂਜਿਆਂ ਨੂੰ ਦਿੱਤੇ ਗਏ ਨੇ ਉਹ ਮੈਨੂੰ ਵੀ ਦਿੱਤੇ ਜਾਣਗੇ। ਸੋ ਇਕੁਐਲਿਟੀ ਇੰਪਲਾਈਜ਼ ਦ ਅਵੇਲੇਬਿਲਿਟੀ ਆਫ ਸਿਮਿਲਰ ਰਾਈਟਸ ਐਂਡ ਪ੍ਰਿਵਿਲੇजेस। ਫਾਈਨ। ਸੋ ਇੱਥੇ ਜਿਹੜਾ ਹੈ ਕਿ ਸਾਰਿਆਂ ਨੂੰ, ਕੋਈ ਵੀ ਧਰਮ ਦਾ ਹੈ, ਕੋਈ ਵੀ ਨਸਲ, ਕੋਈ ਵੀ ਜੈਂਡਰ ਹੈ, ਤਾਂ ਉਹਨਾਂ ਨੂੰ ਜਿਹੜਾ ਹੈ ਇਕੁਅਲ ਰਾਈਟਸ ਮਿਲਣਗੇ, ਇਕੁਅਲ ਉਹ ਡਿਊਟੀਜ਼ ਪੇ ਕਰਨਗੇ, ਠੀਕ ਹੈ, ਇਕੁਐਲਿਟੀ ਉਹਨਾਂ ਨੂੰ ਦਿੱਤੀ ਜਾਊਗੀ। ਸੋ ਸਮਾਨਤਾ ਦੀਆਂ ਵਿਸ਼ੇਸ਼ਤਾਵਾਂ ਕੀ ਇਹਦੇ ਫੀਚਰਸ ਨੇ, ਤਾਂ ਇਹਨੂੰ ਤੁਸੀਂ ਪੁਆਇੰਟ ਬਣਾ ਕੇ ਵੀ ਲਿਖ ਸਕਦੇ ਹੋ ਕਿ ਸਾਰੇ ਲੋਕਾਂ ਲਈ ਸਮਾਨ ਅਧਿਕਾਰਾਂ ਦੀ ਸਮਾਨ ਵਿਵਸਥਾ ਕੀਤੀ ਗਈ ਹੈ। ਸਮਾਨਤਾ ਦੀ ਧਾਰਨਾ ਜਿਹੜੀ ਹੈ ਸਾਰਿਆਂ ਨੂੰ ਜਿਹੜੀ ਹੈ ਦਿੱਤੀ ਜਾਏਗੀ। ਮਹੱਤਵਪੂਰਨ ਵਿਸ਼ੇਸ਼ਤਾ ਕਿਸੇ ਵੀ ਲੋਕਤੰਤਰੀ ਸਰਕਾਰ ਦੀ।
ਜਨਮ, ਜਾਤੀ, ਧਰਮ, ਲਿੰਗ ਜਾਂ ਕਿਸੇ ਹੋਰ ਅਜਿਹੇ ਆਧਾਰ ਤੇ ਮਨੁੱਖ ਦਾ ਵਿਤਕਰਾ ਨਹੀਂ ਕੀਤਾ ਜਾਏਗਾ ਅਤੇ ਸਮਾਨਤਾ ਜਿਹੜੀ ਹੈ ਪੂਰੀ ਪ੍ਰੋਪਰ ਅਪਣਾਈ ਜਾਏਗੀ। ਇਹੀ ਵਿਸ਼ੇਸ਼ਤਾ ਹੁੰਦੀ ਹੈ ਸਮਾਨਤਾ ਦੀ। ਸਾਰੇ ਲੋਕਾਂ ਦੀਆਂ ਬੇਸਿਕ ਨੀਡਸ, ਮੁੱਢਲੀਆਂ ਲੋੜਾਂ ਦੀ ਪੂਰਤੀ ਹੋਣੀ ਜ਼ਰੂਰੀ ਹੈ, ਲਾਈਕ ਰੋਟੀ, ਕੱਪੜਾ ਤੇ ਮਕਾਨ ਸਭ ਨੂੰ ਮਿਲਣਾ ਚਾਹੀਦਾ। ਤਾਂ ਇਹੀ ਇਕੁਐਲਿਟੀ ਦੀ ਜਿਹੜੀ ਹੁੰਦੀ ਹੈ ਡਿਮਾਂਡ ਹੁੰਦੀ ਹੈ। ਹੁਣ ਅਗਰ ਗੱਲ ਕਰੀਏ ਤਾਂ ਸਮਾਨਤਾ ਕਿੰਨੀ ਤਰ੍ਹਾਂ ਦੀ ਹੁੰਦੀ ਹੈ। ਸਮਾਨਤਾ ਜਿਹੜੀ ਹੈ 5 ਪ੍ਰਕਾਰ ਦੀ ਹੁੰਦੀ ਹੈ। ਕੁਦਰਤੀ ਸਮਾਨਤਾ, ਕਿ ਰੱਬ ਨੇ ਤਾਂ ਸਾਨੂੰ ਬਰਾਬਰ ਬਣਾ ਕੇ ਭੇਜਿਆ ਹੈ ਨਾ। ਸਮਾਨਤਾ, ਸਮਾਜਿਕ ਸਮਾਨਤਾ, ਰਾਜਨੀਤਿਕ ਸਮਾਨਤਾ, ਆਰਥਿਕ ਸਮਾਨਤਾ, ਨਾਗਰਿਕ ਸਮਾਨਤਾ। ਸੋ ਇਹ ਸਮਾਨਤਾ ਤੁਹਾਨੂੰ ਤਾਂ ਹੀ ਸਮਝ ਆਏਗੀ ਅਗਰ ਤੁਸੀਂ ਅਧਿਕਾਰ ਅਤੇ ਕਰਤੱਵ ਵਾਲਾ ਚੈਪਟਰ ਪੜ੍ਹੋਗੇ। ਬਿਕੋਜ਼ ਅਧਿਕਾਰ ਅਤੇ ਕਰਤੱਵ ਵਾਲਾ ਚੈਪਟਰ ਮੈਂ ਪਲੇਲਿਸਟ ਬਣੀ ਹੋਈ ਹੈ, ਤੁਸੀਂ ਜਾ ਕੇ ਚੈੱਕਆਊਟ ਕਰ ਸਕਦੇ ਹੋ। +1 ਵਾਲਿਆਂ ਨੇ ਵੀ ਬਣਾਈ ਹੈ ਅਤੇ BA ਵਾਲਿਆਂ ਨੇ ਵੀ ਬਣਾਈ ਹੈ, ਕਿਉਂਕਿ ਦੋਨਾਂ +1 ਵਾਲਿਆਂ ਕੋਲੇ ਵੀ ਇਹ ਵਾਲਾ ਕਨਸੈਪਟ ਹੈਗਾ ਅਤੇ BA ਵਾਲਿਆਂ ਦੇ ਵਿੱਚ ਵੀ ਸੈਕੰਡ ਸਮੈਸਟਰ ਦੇ ਵਿੱਚ ਇਹ ਵਾਲਾ ਕਨਸੈਪਟ ਹੈ। ਸੋ ਤਾਂ ਕਰਕੇ ਜਿਹੜਾ ਹੈ ਇੱਕ ਪਲੇਲਿਸਟ ਬਣਾਈ ਹੋਈ ਹੈ। ਸੋ ਅਗਰ ਤੁਸੀਂ ਉਸ ਨੂੰ ਸਮਝੋਗੇ ਤਾਂ ਹੀ ਤੁਹਾਨੂੰ ਇਹ ਸਮਝ ਆਏਗਾ ਕਿ ਕੁਦਰਤੀ ਸਮਾਨਤਾ ਕੀ ਹੁੰਦੀ ਹੈ। ਫਸਟ ਆਫ ਆਲ, ਕੁਦਰਤੀ ਸਮਾਨਤਾ, ਵੀ ਆਰ ਆਲ ਕ੍ਰੀਏਟਡ ਇਕੁਅਲ, ਅਸੀਂ ਸਾਰੇ ਬਰਾਬਰ ਬਣਾਏ ਗਏ ਹਾਂ। ਕੁਦਰਤੀ ਸਮਾਨ ਦਾ ਅਰਥ ਹੈ ਕਿ ਕੁਦਰਤ ਨੇ ਹਰੇਕ ਵਿਅਕਤੀ ਨੂੰ ਸਮਾਨ ਪੈਦਾ ਕੀਤਾ, ਇੱਕੋ ਜਿਹਾ ਪੈਦਾ ਕੀਤਾ, ਇਸ ਲਈ ਹਰੇਕ ਖੇਤਰ ਵਿੱਚ ਹਰ ਕੋਈ ਬੰਦਾ ਸਮਾਨ ਹੋਣਾ ਚਾਹੀਦਾ। ਪਰ ਇਹ ਵਿਚਾਰ ਠੀਕ ਨਹੀਂ ਹੈਗਾ, ਕਿਉਂਕਿ ਕੁਦਰਤ ਨੇ ਹੀ ਮਨੁੱਖਾਂ ਦੇ ਵਿੱਚ ਭਿੰਨਤਾਵਾਂ ਬਣਾਈਆਂ ਨੇ। ਕਿਸੇ ਨੂੰ ਸ਼ਕਤੀ ਜ਼ਿਆਦਾ ਦੇਤੀ, ਕਿਸੇ ਨੂੰ ਬੁੱਧੀ ਜ਼ਿਆਦਾ ਦੇਤੀ, ਕਿਸੇ ਨੂੰ ਘੱਟ, ਕਿਸੇ ਨੂੰ ਸਿਆਣਪ ਜ਼ਿਆਦਾ ਦੇਤੀ, ਕਿਸੇ ਨੂੰ ਘੱਟ ਕੰਮ ਕਰਨ ਦੀ ਯੋਗਤਾ। ਆਪਾਂ ਦੇਖਦੇ ਕਿ ਕਾਫੀ ਸਾਰੇ ਬਹੁਤ ਹਾਰਡ ਵਰਕਿੰਗ ਹੁੰਦੇ ਨੇ, ਕਾਫੀ ਸਾਰੇ ਜਿਹੜੇ ਹੁੰਦੇ ਨੇ ਆਫਿਸ ਦੇ ਵਿੱਚ ਟੀਚਿੰਗ ਲਾਈਨ 'ਚ ਦੇਖੀਏ ਤਾਂ ਬਹੁਤ ਜ਼ਿਆਦਾ ਸੋਲ ਹੁੰਦੇ। ਕਾਫੀ ਸਾਰੇ ਵਿਦਿਆਰਥੀਆਂ ਦੀ, ਸਟੂਡੈਂਟਸ ਦੀ ਗੱਲ ਕਰਦੀ ਹਾਂ ਕਿ ਕਾਫੀ ਸਾਰੇ ਤਾਂ ਇੱਕ ਵਾਰ ਦੇ ਵਿੱਚ ਹੀ ਸਮਝ ਆਉਂਦੇ ਨੇ ਕਿ ਇਹ ਚੀਜ਼ ਮੈਮ ਕਹਿ ਰਹੇ ਨੇ, ਲੇਕਿਨ ਕਾਫੀ ਸਾਰੇ ਬੱਚੇ ਕੈਪੇਬਲ ਨਹੀਂ ਹੁੰਦੇ। ਸੋ ਆਧੁਨਿਕ ਕਾਲ ਦੇ ਵਿੱਚ ਕਹਿੰਦੇ ਕੁਦਰਤੀ ਸਮਾਨਤਾ ਤੋਂ ਭਾਵ ਹੈ ਕੁਦਰਤੀ ਅਸਮਾਨਤਾ ਵੀ ਮਨੁੱਖ ਦੇ ਬਣਾਏ ਹੋਏ ਭੇਦਭਾਵ ਦੀ ਹੀ ਵਿਰੋਧਤਾ ਕੀਤੀ ਜਾਂਦੀ ਹੈ। ਪਰਮਾਤਮਾ ਵੱਲੋਂ ਬਣਾਏ ਗਏ ਭੇਦਭਾਵ ਦੀ ਜਿਹੜੀ ਹੈਗੀ ਹੈ ਵਿਰੋਧਤਾ ਨਹੀਂ ਕੀਤੀ ਜਾਂਦੀ। ਕਹਿੰਦੇ ਮੇਨਲੀ ਜਿਹੜਾ ਹੈ ਮੈਨ ਮੇਡ ਇਨਇਕੁਐਲਿਟੀ ਜਿਹੜੀ ਹੈ ਉਹ ਜਿਹੜੀ ਹੈਗੀ ਹੈ ਡੇਂਜਰਸ ਹੈ। ਸਮਾਜਿਕ ਸਮਾਨਤਾ, ਸਮਾਜ ਦੇ ਵਿੱਚ ਅਸੀਂ ਸਾਰੇ ਬਰਾਬਰ ਹਾਂ, ਸਭ ਨੂੰ ਬਰਾਬਰ ਸਮਝਿਆ ਜਾਣਾ ਚਾਹੀਦਾ ਹੈ। ਕਿਸੇ ਨਾਲ ਵੀ ਧਰਮ, ਜਾਤੀ, ਰੰਗ, ਨਸਲ, ਲਿੰਗ ਦੇ ਆਧਾਰ ਤੇ, ਸਮਾਜਿਕ ਰੁਤਬੇ ਦੇ ਆਧਾਰ ਤੇ, ਸੋਸ਼ਲ ਸਟੇਟਸ ਦੇ ਅਕੋਰਡਿੰਗ ਜਿਹੜਾ ਹੈ ਕਿਸੇ ਨਾਲ ਕੋਈ ਵਿਤਕਰਾ, ਬਾਇਸਨੈਸ ਨਹੀਂ ਹੋਣੀ ਚਾਹੀਦੀ, ਪੱਖਪਾਤ ਨਹੀਂ ਹੋਣਾ ਚਾਹੀਦਾ। ਇਸੇ ਕਰਕੇ ਕਹਿੰਦਾ ਨਾ ਹੀ ਕਿਸੇ ਨੂੰ ਵਿਸ਼ੇਸ਼ ਮਹੱਤਵ ਮਿਲਣਾ ਚਾਹੀਦਾ ਹੈ। ਅਗਰ ਕਿਸੇ ਦਾ ਮਤਲਬ ਐਕਸਪੀਰੀਅੰਸ ਹੈ ਬੰਦਾ, ਤਦ ਉਸਨੂੰ ਸੋਸ਼ਲ ਸਟੇਟਸ ਦੇ ਵਿੱਚ ਆਪਾਂ ਸੋਚ ਸਕਦੇ ਹਾਂ ਕਿ ਹਾਂ ਇਹਨਾਂ ਦਾ ਸਟੇਟਸ ਹਾਈ ਹੈ, ਲੇਕਿਨ ਅਦਰਵਾਈਜ਼ ਸਭ ਨੂੰ ਇਕੁਅਲ ਸਮਝਣਾ ਚਾਹੀਦਾ। ਸਮਾਜ ਵਿੱਚ ਸਭ ਦੀ ਸਥਿਤੀ ਸਮਾਨ ਹੋਣੀ ਚਾਹੀਦੀ ਹੈ ਅਤੇ ਕਾਨੂੰਨੀ ਅਧਿਕਾਰ, ਕਿਉਂਕਿ ਸਭ ਨੂੰ ਇਕੁਅਲ ਰਾਈਟਸ ਜਿਹੜੇ ਨੇ ਪ੍ਰਾਪਤ ਨੇ। ਸੋ ਰਾਈਟਸ ਵਾਲਾ ਚੈਪਟਰ ਮੈਂ ਤੁਹਾਨੂੰ ਕਿਹਾ ਕਿ ਪਹਿਲਾਂ ਰਾਈਟਸ ਵਾਲਾ ਪੜ੍ਹ ਲਿਓ, ਤੁਹਾਨੂੰ ਇਹ ਵਾਲਾ ਚੈਪਟਰ ਬੜੀ ਜਲਦੀ ਸਮਝ ਆ ਜਾਏਗਾ। ਰਾਜਨੀਤਿਕ ਸਮਾਨਤਾ, ਹੁਣ ਰਾਜਨੀਤਿਕ ਤੌਰ ਤੇ ਵੀ ਅਸੀਂ ਸਾਰੇ ਬਰਾਬਰ ਹਾਂ, ਸਾਨੂੰ ਰਾਜਨੀਤਿਕ ਅਧਿਕਾਰ ਪ੍ਰਾਪਤ ਨੇ, ਵੋਟ ਦੇਣ ਦਾ ਅਧਿਕਾਰ, ਠੀਕ ਹੈ, ਐਡਲਟ ਫਰੈਂਚਾਈਜ਼ ਦੇ ਥਰੂ ਚੋਣ ਲੜਨ ਦਾ ਅਧਿਕਾਰ, ਪਾਰਟੀਸਪੇਸ਼ਨ ਆਪਾਂ ਕਰ ਸਕਦੇ ਹਾਂ, ਸਰਕਾਰੀ ਪਦਵੀ ਪ੍ਰਾਪਤ ਕਰ ਸਕਦੇ ਹਾਂ, ਪਾਰਟੀ ਬਣਾ ਸਕਦੇ ਹਾਂ, ਸਰਕਾਰ ਦੀ ਆਲੋਚਨਾ ਕਰ ਸਕਦੇ ਹਾਂ, ਹੈ ਨਾ। ਕਾਫੀ ਸਾਰੇ ਸਾਨੂੰ ਅਧਿਕਾਰ ਰਾਜਨੀਤਿਕ ਪ੍ਰਾਪਤ ਨੇ। ਪਰ ਇਹ ਸਮਾਨਤਾ ਤਾਂ ਹੀ ਹੋਏਗੀ ਜੇ ਸਾਨੂੰ ਬਾਲਗ ਮਤ ਵੋਟ ਅਧਿਕਾਰ ਹੋਏਗਾ, ਤਾਂ ਹੀ ਜਿਹੜਾ ਹੈ ਇਹ ਐਡ ਔਨ ਕੀਤਾ ਗਿਆ ਸੀ। ਬਾਲਗ ਮਤ ਪਹਿਲਾਂ 21 ਸਾਲ ਸੀ ਉਮਰ, ਹੁਣ 18 ਸਾਲ ਕਰ ਦਿੱਤੀ ਗਈ ਹੈ। ਸੋ ਇਹ ਜਿਹੜਾ ਹੈ ਇਸ ਦੇ ਅਨੁਸਾਰ ਕੀ ਹੁੰਦਾ ਹੈ ਕਿ ਦੇਸ਼ ਦੇ ਸਾਰੇ ਨਾਗਰਿਕ ਸਮਾਨ ਨੇ ਅਤੇ ਵੋਟ ਪਾਉਣਗੇ, ਆਪਣੇ ਰਿਪਰੈਜ਼ੈਂਟੇਟਿਵ ਚੁਣਨਗੇ ਜਿਹੜੇ ਸਰਕਾਰ ਬਣਾਉਣਗੇ, ਅਤੇ ਤਾਂ ਹੀ ਲੋਕਤੰਤਰ ਜਿਹੜਾ ਹੈ ਬਣੇਗਾ। ਤਾਂ ਸਾਨੂੰ ਰਾਜਨੀਤਿਕ ਜਿਹੜੇ ਹੈਗੇ ਨੇ ਇਕੁਐਲਿਟੀ ਪ੍ਰਾਪਤ ਹੈ। ਇੱਥੇ ਵੀ ਲਿਖਿਆ ਹੈਗਾ ਕਿ ਇਟ ਇੰਪਲਾਈਜ਼ ਦੈਟ ਆਲ ਸਿਟੀਜ਼ਨ ਸ਼ੁੱਡ ਹੈਵ ਇਕੁਅਲ ਐਕਸੈਸ ਟੂ ਸਿਮਿਲਰ ਪੋਲੀਟੀਕਲ ਰਾਈਟਸ। ਦੇ may include the rights to vote, to contest elections, to vote, to voice one's political opinion and criticize government policies and to actively participate in the governance. So ਇਹੀ ਜੋ ਪੰਜਾਬੀ 'ਚ ਲਿਖਿਆ ਹੈ that is also available in English also. So ਆਰਥਿਕ ਸਮਾਨਤਾ ਕੀ ਹੈ ਕਿ ਅਸੀਂ ਜਿਹੜੇ ਨੇ ਆਰਥਿਕ ਤੌਰ ਤੇ ਬਰਾਬਰ ਹਾਂ। ਮੁੱਢਲੀਆਂ ਲੋੜਾਂ ਦੀ ਸਾਨੂੰ ਪੂਰਤੀ, ਰੋਟੀ, ਕੱਪੜਾ, ਮਕਾਨ ਹੋਣੀ ਚਾਹੀਦੀ ਹੈ। ਹਰ ਵਿਅਕਤੀ ਨੂੰ ਕੰਮ ਕਰਨ ਦੇ ਬਰਾਬਰ ਉਚਿਤ ਮੌਕੇ ਪ੍ਰਾਪਤ ਕੀਤੇ ਜਾਣਗੇ। ਲਾਸਕੀ ਦੇ ਅਨੁਸਾਰ ਮੈਨੂੰ ਕੇਕ ਖਾਣ ਦਾ ਕੋਈ ਅਧਿਕਾਰ ਨਹੀਂ ਜੇ ਮੇਰੇ ਗੁਆਂਢੀ ਜਿਹੜਾ ਹੈ ਰੋਟੀ ਤੋਂ ਬਿਨਾਂ ਰਹਿੰਦਾ। ਵੀ ਜੇ ਮੈਂ ਕੇਕ ਖਾ ਰਿਹਾ ਦੈਟ ਇਜ਼ ਨਾਟ ਗੁੱਡ ਅਗਰ ਮੇਰੇ ਗੁਆਂਢੀ ਜਿਹੜੇ ਹੈ ਉਹ ਭੁੱਖੇ ਬੈਠੇ ਨੇ। ਸੋ ਆਰਥਿਕ ਸਮਾਨਤਾ ਨੂੰ ਕਾਇਮ ਕਰਨ ਲਈ ਆਰਥਿਕ ਲੁੱਟ ਖਸੁੱਟ ਨਹੀਂ ਹੋਣੀ ਚਾਹੀਦੀ, ਅਮੀਰ ਗਰੀਬ ਸ਼ੋਸ਼ਣ ਨਹੀਂ ਹੋਣਾ ਚਾਹੀਦਾ, ਅਤੇ ਕਿਸੇ ਵੀ ਵਿਅਕਤੀ ਨੂੰ ਲੋੜ ਤੋਂ ਵੱਧ ਇਕੱਠਾ ਧਨ ਕਰਨ ਦੀ ਜਿਹੜੀ ਆਗਿਆ ਨਹੀਂ ਹੋਣੀ ਚਾਹੀਦੀ। ਲੇਕਿਨ ਇੱਥੇ ਇਹ ਵੀ ਕਿਹਾ ਗਿਆ ਕਿ ਅਗਰ ਤੁਸੀਂ ਕੈਪੇਬਲ ਹੋ, ਐਜੂਕੇਟ ਹੋ ਪੂਰੇ, ਅਤੇ ਤੁਸੀਂ ਜਿਹੜੇ ਹੈ ਤੁਹਾਡੇ ਕੋਲ ਸਕਿੱਲਸ ਹੈਗੇ ਨੇ, ਤਾਂ ਤੁਸੀਂ ਆਪਣਾ ਜਿਹੜਾ ਹੈ ਧਨ ਕਮਾ ਸਕਦੇ ਹੋ, ਲੇਕਿਨ ਸੋਸ਼ਲ ਵੈਲਫੇਅਰ ਵੀ ਜਿਹੜਾ ਹੈ ਤੁਸੀਂ ਮੁੱਖ ਰੱਖ ਕੇ ਚੱਲੋਗੇ। ਨਾਗਰਿਕ ਸਮਾਨਤਾ ਕੀ ਹੈਗੀ ਹੈ ਕਿ ਇਹੀ ਕਾਨੂੰਨੀ ਸਮਾਨਤਾ ਜਿਹੜੀ ਆਪਾਂ ਪਿੱਛੇ ਪੜ੍ਹ ਕੇ ਹਟੇ ਹਾਂ
ਕਿ ਇਸ ਦਾ ਭਾਵ ਹੈ ਕਿ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਮਿਲਣਗੇ। ਜੀਵਨ ਦਾ ਅਧਿਕਾਰ, ਜੀਵਨ ਜੀਣ ਦਾ ਅਧਿਕਾਰ, ਸੰਪਤੀ ਬਣਾ ਸਕਦੇ ਹੋ, ਸੰਪਤੀ ਦਾ ਅਧਿਕਾਰ ਹੈ, ਘੁੰਮਣ ਫਿਰਨ ਦਾ ਅਧਿਕਾਰ ਹੈ, ਸਾਡੇ ਨਾਗਰਿਕ ਰਾਈਟਸ ਨੇ। ਅਜਿਹੇ ਅਧਿਕਾਰ ਸਭ ਵਿਅਕਤੀਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਮਾਨ ਰੂਪ 'ਚ ਦਿੱਤੇ ਜਾਣੇ ਚਾਹੀਦੇ ਨੇ। ਕਾਨੂੰਨ ਜਾਤੀ, ਧਰਮ, ਨਸਲ, ਲਿੰਗ ਦੇ ਆਧਾਰ ਤੇ ਕਿਸੇ ਵੀ ਦੋਸ਼ੀ ਨਾਲ ਕੋਈ ਵਿਤਕਰਾ ਨਹੀਂ ਕਰਨਾ ਚਾਹੀਦਾ, ਕਿਸੇ ਵੀ ਵਾਸੀ ਦੇ ਨਾਲ। ਸੋ ਦੇਸ਼ ਵਿੱਚ ਕਾਨੂੰਨ ਦਾ ਸ਼ਾਸਨ ਹੋਣਾ ਚਾਹੀਦਾ ਹੈ ਅਤੇ ਸਾਰੇ ਨਾਗਰਿਕ ਕਾਨੂੰਨ ਦੀ ਨਜ਼ਰ ਦੇ ਵਿੱਚ ਜਿਹੜੇ ਹੈਗੇ ਨੇ ਬਰਾਬਰ ਹੋਣੇ ਚਾਹੀਦੇ ਨੇ। ਸੋ ਉਸ ਤੋਂ ਬਾਅਦ 'ਚ ਹੈ ਸਮਾਨਤਾ ਅਤੇ ਸੁਤੰਤਰਤਾ ਕਿੱਦਾਂ ਆਪਸ 'ਚ ਜੁੜੇ ਹੋਏ ਨੇ, ਰਿਲੇਸ਼ਨ ਕਿੱਦਾਂ, ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਸੁਤੰਤਰਤਾ ਅਤੇ ਸਮਾਨਤਾ, ਲਿਬਰਟੀ ਅਤੇ ਇਕੁਐਲਿਟੀ ਜਿਹੜੇ ਨੇ ਆਪਸੀ ਸੰਬੰਧ ਜਿਹੜੇ ਨੇ ਇਹਨਾਂ ਦੇ ਵੱਖ-ਵੱਖ ਵਿਚਾਰ ਨੇ, ਵੱਖ-ਵੱਖ ਥਿੰਕਰਸ ਦੇ। ਕੁਝ ਵਿਦਵਾਨ ਕਹਿੰਦੇ ਕਿ ਸੁਤੰਤਰਤਾ ਅਤੇ ਸਮਾਨਤਾ ਇੱਕ ਦੂਜੇ ਦੇ ਪਰਸਪਰ ਵਿਰੋਧੀ ਨੇ। ਕੁਝ ਕਹਿੰਦੇ ਨੇ ਕਿ ਦੋਨੋਂ ਇੱਕ ਦੂਜੇ ਦੇ ਰਿਲੇਟਡ ਨੇ, ਇੰਡੀਪੈਂਡੈਂਟ ਨਹੀਂ ਹੈਗੇ, ਇਹ ਇੰਟਰਡਿਪੈਂਡੈਂਟ ਨੇ ਅਤੇ ਇੱਕ ਦੂਜੇ ਦੇ ਸਹਿਯੋਗੀ ਨੇ, ਕੋਆਪਰੇਟ ਹੋ ਕੇ ਕੰਮ ਕਰਦੇ ਨੇ। ਹੁਣ ਕੁਝ ਥਿੰਕਰ ਕਹਿ ਰਹੇ ਨੇ ਕਿ ਦੋਨੋਂ ਇੱਕ ਦੂਜੇ ਦੇ ਵਿਰੋਧੀ ਨੇ। ਸਮਾਨਤਾ ਕਾਇਮ ਕਰਨ ਲਈ ਅਸੀਂ ਯਤਨ ਕਰਦੇ ਹਾਂ ਕਿ ਨਤੀਜੇ ਵਜੋਂ ਸੁਤੰਤਰਤਾ ਨਸ਼ਟ ਹੋ ਜਾਂਦੀ ਹੈ। ਕਹਿੰਦੇ ਜਦੋਂ ਅਸੀਂ ਕਹਿੰਦੇ ਨੇ ਕਿ ਸਮਾਨਤਾ ਹੋਣੀ ਚਾਹੀਦੀ ਤਾਂ ਸੁਤੰਤਰਤਾ ਨਸ਼ਟ ਹੋ ਜਾਂਦੀ ਹੈ। ਅਸੀਂ ਯੋਗ ਅਤੇ ਯੋਗ ਦੋਨਾਂ ਨੂੰ ਇਕੱਠੇ ਲੈ ਆਉਂਦੇ ਹਾਂ, ਠੀਕ ਹੈ। ਹੁਣ ਜਿਹੜਾ ਤਾਂ ਯੋਗ ਹੈਗਾ ਉਹ ਵੀ ਅਯੋਗ ਦੇ ਨਾਲ ਚੱਲ ਰਿਹਾ, ਤਾਂ ਇਹ ਕਿਹੜੀ ਸਮਾਨਤਾ ਹੋਈ? ਤਾਂ ਇਸ ਤਰ੍ਹਾਂ ਜਿਹੜਾ ਹੈ ਯੋਗ ਵਿਅਕਤੀ ਦੀ ਸੁਤੰਤਰਤਾ ਨਸ਼ਟ ਹੋ ਜਾਂਦੀ ਹੈ ਕਿਉਂਕਿ ਉਸਨੂੰ ਉਸ ਅਕੋਰਡਿੰਗ ਕੰਮ ਕਰਨਾ ਪੈਂਦਾ ਹੈ। ਤਾਂ ਲਾਰਡ ਐਕਟਨ ਕਹਿ ਰਹੇ ਨੇ ਕਿ ਸਮਾਨਤਾ ਦੀ ਲਾਲਸਾ ਨੇ ਸੁਤੰਤਰਤਾ ਦੀ ਆਸ਼ਾ ਨੂੰ ਵਿਅਰਥ ਕਰ ਦਿੱਤਾ ਹੈ। ਕੁਦਰਤ ਨੇ ਕਹਿੰਦੇ ਸਾਰੇ ਮਨੁੱਖਾਂ ਨੂੰ, ਹੁਣ ਇੱਥੇ ਇਹ ਕਹਿੰਦੇ ਨੇ ਕੁਦਰਤੀ ਦਲੀਲ ਦਿੰਦੇ ਨੇ, ਕਹਿੰਦੇ ਜਦੋਂ ਕੁਦਰਤ ਨੇ ਹੀ ਕਿਸੇ ਨੂੰ ਬੁੱਧੀ ਜ਼ਿਆਦਾ ਦੇਤੀ, ਕਿਸੇ ਨੂੰ ਘੱਟ ਦੇਤੀ, ਤਾਂ ਜਦੋਂ ਕੁਦਰਤ ਨੇ ਹੀ ਸਮਾਨ ਨਹੀਂ ਬਣਾਇਆ ਤਾਂ ਆਪਾਂ ਕਿੱਦਾਂ ਕਹਿ ਸਕਦੇ ਹਾਂ ਕਿ ਜੇ ਸਾਰੇ ਜਣਿਆਂ ਨੂੰ ਸਮਾਨ ਜਿਹੜੇ ਨੇ ਅਧਿਕਾਰ ਵਗੈਰਾ ਸਾਰਾ ਕੁਝ ਜਿਹੜਾ ਹੈ ਸੁਤੰਤਰਤਾ ਬਰਾਬਰ ਮਿਲਣੀ ਚਾਹੀਦੀ ਹੈ। ਯੋਗ ਵਿਅਕਤੀਆਂ ਨੂੰ ਆਪਣੀ ਯੋਗਤਾ ਦਿਖਾਉਣ ਦਾ ਮੌਕਾ ਹੀ ਨਹੀਂ ਮਿਲਦਾ। ਜਦੋਂ ਸਾਰਿਆਂ ਨੂੰ ਸਮਾਨ ਮੌਕੇ ਦੇਤੇ ਤਾਂ ਜਿਹੜਾ ਹੈ ਯੋਗ ਵਿਅਕਤੀ ਆਪਣੀ ਜਿਹੜੀ ਹੈਗੀ ਹੈ ਸਕਿੱਲਸ ਕਿੱਦਾਂ ਦਿਖਾਏਗਾ। ਸਮਾਨ ਸੁਤੰਤਰਤਾ ਦਾ ਸਿਧਾਂਤ ਹੀ ਗਲਤ ਹੈ। ਸੁਤੰਤਰਤਾ ਸਮਾਨਤਾ ਨੂੰ ਨਸ਼ਟ ਕਰਦੀ ਹੈ। ਆਰਥਿਕ ਸੁਤੰਤਰਤਾ ਅਤੇ ਸਮਾਨਤਾ ਵਿਰੋਧੀ ਨੇ। ਹੁਣ ਜਿਹੜੇ ਥਿੰਕਰ ਕਹਿ ਰਹੇ ਨੇ ਕਿ ਇੱਕ ਦੂਜੇ ਦੇ ਵਿਰੋਧੀ ਨਹੀਂ ਹੈਗੇ, ਤਾਂ ਟੋਨੀ ਕਹਿ ਰਹੇ ਨੇ ਕਿ ਸਮਾਨਤਾ ਇੱਕ ਵੱਡੀ ਮਾਤਰਾ ਦੇ ਵਿੱਚ ਸੁਤੰਤਰਤਾ ਦਾ ਵਿਰੋਧੀ ਨਹੀਂ ਹੈ, ਸਗੋਂ ਇਸ ਲਈ ਜ਼ਰੂਰੀ ਹੈ ਕਿ ਸਮਾਨਤਾ ਲਈ ਸੁਤੰਤਰਤਾ, ਸੁਤੰਤਰ ਲਈ ਸਮਾਨਤਾ ਜ਼ਰੂਰੀ ਹੈ, ਦੋਨੋਂ ਇੱਕ ਦੂਜੇ ਲਈ। ਪੋਲਾਰਡ ਕਹਿ ਰਹੇ ਨੇ ਕਿ ਸੁਤੰਤਰਤਾ ਦੀ ਸਮੱਸਿਆ ਦਾ ਇੱਕੋ ਇੱਕ ਹੱਲ ਹੈ ਸਮਾਨਤਾ। ਅਗਰ ਤੁਸੀਂ ਸੁਤੰਤਰਤਾ ਚਾਹੁੰਦੇ ਹੋ ਤਾਂ ਇਸ ਸਮੱਸਿਆ ਦਾ ਹੱਲ ਤੁਸੀਂ ਸਮਾਨਤਾ ਦੇ ਕੇ ਕਰ ਸਕਦੇ ਹੋ। ਦੋਹਾਂ ਦਾ ਉਦੇਸ਼ ਜਿਹੜਾ ਹੈ ਉਚਿਤ ਵਾਤਾਵਰਣ ਪੈਦਾ ਕਰਨਾ ਹੈ ਤਾਂ ਕਿ ਮਨੁੱਖ ਦਾ ਵਿਕਾਸ ਹੋਵੇ। ਸੁਤੰਤਰਤਾ ਮੰਨਣ ਲਈ ਸਮਾਨਤਾ ਜ਼ਰੂਰੀ ਹੈ ਕਿ ਅਗਰ ਅਸੀਂ ਲਿਬਰਟੀ ਚਾਹੁੰਦੇ ਹਾਂ ਤਾਂ ਸਾਡੇ ਕੋਲੇ ਜਿਹੜੀ ਹੈਗੀ ਹੈ ਇਕੁਐਲਿਟੀ ਵੀ ਹੋਣੀ ਚਾਹੀਦੀ ਹੈ, ਸਾਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਨੇ। ਨਾਗਰਿਕ ਸੁਤੰਤਰਤਾ ਲਈ ਕਾਨੂੰਨ ਸਾਹਮਣੇ ਬਰਾਬਰੀ ਜ਼ਰੂਰੀ ਹੈ, ਠੀਕ ਹੈ। ਅਗਰ ਸਾਨੂੰ ਸਿਟੀਜ਼ਨ ਰਾਈਟਸ ਚਾਹੀਦੇ ਨੇ ਤਾਂ ਸਾਨੂੰ ਕਾਨੂੰਨ ਸਾਹਮਣੇ ਬਰਾਬਰੀ ਦੇਣੀ ਪਏਗੀ ਅਤੇ ਇਹ ਦੋਨੋਂ ਹੀ ਲੋਕਤੰਤਰ ਦੇ ਪਿੱਲਰ ਨੇ, ਥੰਮ ਨੇ। ਸੁਤੰਤਰਤਾ ਤੇ ਸਮਾਨਤਾ ਦੇ ਆਪਸੀ ਸੰਬੰਧਾਂ ਦੇ ਬਾਰੇ ਪੜ੍ਹ ਕੇ ਅਸੀਂ ਇਸ ਨਤੀਜੇ 'ਚ ਪਹੁੰਚਦੇ ਹਾਂ ਕਿ ਸੁਤੰਤਰਤਾ ਦੀ ਅਣਹੋਂਦ ਦੇ ਵਿੱਚ ਸਮਾਨਤਾ ਅਤੇ ਸਮਾਨਤਾ ਦੀ ਅਣਹੋਂਦ ਵਿੱਚ ਸੁਤੰਤਰਤਾ ਸੰਭਵ ਨਹੀਂ। ਮਤਲਬ ਅਗਰ ਸੁਤੰਤਰਤਾ ਨਹੀਂ ਹੈ ਤਾਂ ਸਮਾਨਤਾ ਨਹੀਂ ਹੈ, ਅਗਰ ਸਮਾਨਤਾ ਨਹੀਂ ਹੈ ਤਾਂ ਸੁਤੰਤਰਤਾ ਵੀ ਸੰਭਵ ਨਹੀਂ ਹੈ। ਹੁਣ ਇਹ ਵੀ ਕਿਹਾ ਗਿਆ ਕਿ ਇਕੁਐਲਿਟੀ ਇਜ਼ ਦ ਸੋਲ ਆਫ ਲਿਬਰਟੀ, ਦੇਅਰ ਇਜ਼ ਇਨ ਫੈਕਟ ਨੋ ਲਿਬਰਟੀ ਵਿਦਾਊਟ ਇਟ। ਫ੍ਰਾਂਸਿਸ ਰਾਈਟਸ ਨੇ ਇਹ ਲਿਖਿਆ। ਸਮਾਨਤਾ ਦੀਆਂ ਵੱਖ-ਵੱਖ ਕਿਸਮਾਂ ਦਾ ਅਧਿਐਨ ਕਰਨ ਤੇ ਜਿਹੜਾ ਹੈ ਅਸੀਂ ਇਹ ਅਨੁਭਵ ਕਰਦੇ ਹਾਂ ਕਿ ਜਿਹੜੀ ਦੋਨੋਂ ਚੀਜ਼ਾਂ ਨੇ ਇਹ ਇੱਕ ਦੂਜੇ ਲਈ ਬਹੁਪੱਖੀ ਵਿਕਾਸ ਲਈ ਜਿਹੜੇ ਨੇ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ। ਸੋ ਦੈਟਸ ਆਲ। ਧੰਨਵਾਦ। ਮਿਲਦੇ ਨਵੇਂ ਵੀਡੀਓ ਦੇ ਨਾਲ।